ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਵਹ ਪਰ ਉਪਕਾਰੀ ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਪੰਜਵਾ। ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਣ ਇਸ਼ਨਾਨ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਣ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਾਲ ਲਹਿ ਜਾਈ ਰਹਾਉ ਹਰ ਕੀ ਕਥਾ ਰਿਦ ਮਾਹੇ ਬਸਾਈ ਮਨ ਬਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਣ ਜਾ ਕੈ ਹਿਰਦੈ ਵਸੈ ਭਗਵਾਨ ਕਹੋ ਨਾਨਕ ਸਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਕਹੋ ਨਾਨਕ ਸਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠ ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਨੂੰ ਸਰਵਨ ਕਰ ਰਹੇ ਗੁਰੂ ਸਵਾਰਿਓ, ਅਤੀ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਹਜ਼ੂਰ ਦੇ ਚਰਨ ਪਰਸਨ ਦਾ ਸੁਭਾਗ ਸਮਾਂ ਮਿਲਿਆ ਹੈ। ਆਓ ਸਾਧ ਸੰਗਤ, ਅੱਜ ਜਿੱਥੇ
ਚੱਲ ਰਹੀ ਸ਼ਬਦ ਵਿਚਾਰ ਦੇ ਨਾਲ ਆਪਾਂ ਆਪਣੀਆਂ ਮਨ ਬਿਰਤੀਆਂ ਨੂੰ ਜੋੜਨਾ ਹੈ। ਉੱਥੇ ਹੀ ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸੋ ਸਤਿਗੁਰਾਂ ਦੇ ਮਹਾਨ ਜੀਵਨ ਇਤਿਹਾਸ ਵਿੱਚੋਂ ਵੀ ਕੁਝ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਾ ਹੈ। ਆਓ ਕਰੋ ਕਿਰਪਾ ਸਾਰੀਆਂ ਸੰਗਤਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 195 ਦੇ ਉੱਪਰ ਸੁਭਾਏਮਾਨ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ। ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮੱਜਨ ਇਸ਼ਨਾਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ। ਰਹਾਓ। ਅੱਜ ਦੇ ਇਸ ਵਿਚਾਰ ਅਧੀਨ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੇ ਭਾਈ ਦੁਨੀਆ ਦੇ ਲੋਕ ਬਹੁਤ ਸਾਰੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਇਸ ਭਾਵਨਾ ਦੇ ਨਾਲ ਕਿ ਸਾਡੇ ਪਾਪ ਕਰਮ ਜਿਹੜੇ ਨੇ ਕੱਟੇ ਜਾਣ, ਲੈ ਜਾਣ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਤੀਰਥਾਂ ਤੇ ਜਾ ਕੇ ਨਹਾਉਣ ਵਾਲੇ ਉਹਨਾਂ ਦੇ ਪਾਪ ਲੈਣੇ ਤਾਂ ਕੀ ਸੀ, ਸਗੋਂ ਹੋਰ ਵੱਧ ਗਏ। ਉਹਨਾਂ ਦੀ ਮੈਲ ਉਤਰਨੀ ਤਾਂ ਕੀ ਸੀ, ਸਗੋਂ ਹੋਰ ਵਧੇਰੇ ਮੈਲ ਉਹਨਾਂ ਨੂੰ ਲੱਗ ਗਈ। ਕਿਉਂਕਿ ਜਦੋਂ ਕੋਈ ਮਨੁੱਖ ਤੀਰਥ ਸਥਾਨ ਤੇ ਜਾਂਦਾ ਹੈ ਤੇ ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ। ਇਸੇ ਤਰ੍ਹਾਂ ਮਹਾਰਾਜ ਦੇ ਬਚਨ ਨੇ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ। ਕਹਿੰਦੇ ਨਾਲ ਹਉਮੈ ਤੇ ਹੰਕਾਰ ਵੀ ਆ ਜਾਂਦਾ ਹੈ ਕਿ ਮੈਂ ਇੰਨੇ ਤੀਰਥਾਂ ਦਾ ਇਸ਼ਨਾਨ ਕੀਤਾ ਹੈ, ਇੰਨੇ ਤੀਰਥਾਂ ਦਾ ਮੈਂ ਭਰਮਣ ਕੀਤਾ ਹੈ। ਮਹਾਰਾਜ ਨੇ ਆਖਿਆ, ਬਾਹਰੀ ਤੌਰ ਤੇ ਸਰੀਰ ਦਾ ਇਸ਼ਨਾਨ ਜ਼ਰੂਰੀ ਹੈ, ਪਰ ਕਿਸੇ ਖਾਸ ਮਕਸਦ ਨਾਲ ਖਾਸ ਥਾਵਾਂ ਤੇ ਜਾ ਕੇ ਇਸ਼ਨਾਨ ਕਰਨਾ, ਇਹਨੂੰ ਗੁਰੂਦੇਵ ਜੀ ਨੇ ਬਹੁਤੀ ਮਹਾਨਤਾ ਨਹੀਂ ਦਿੱਤੀ। ਇਸ ਕਰਕੇ ਸਤਿਗੁਰੂ ਨੇ ਆਖਿਆ, ਜੇ ਤੂੰ ਆਪਣੇ ਜੀਵਨ ਦੇ ਅੰਦਰ ਇਹ ਚਾਹੁੰਦਾ ਹੈ ਕਿ ਤੇਰੀ ਮੈਲ ਉਤਰ ਜਾਏ, ਤੇਰਾ ਜੀਵਨ ਪਵਿੱਤਰ ਹੋ ਜਾਏ, ਤਾਂ ਉਹਦੇ ਵਾਸਤੇ ਬਾਹਰੀ ਤੌਰ ਤੇ ਤੀਰਥਾਂ ਤੇ ਨਹਾਤਿਆਂ ਗੱਲ ਨਹੀਂ ਬਣਨੀ। ਉੱਥੇ ਤੇ ਹੋਰ ਵਧੇਰੇ ਮੈਲ ਲੱਗੇਗੀ। ਪਰ ਜੇ ਤੂੰ ਅੰਤਰ ਆਤਮੇ ਟਿਕ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਜਾਏ ਤਾਂ ਤੇਰੀ ਮੈਲ ਉਤਰ ਸਕਦੀ ਹੈ, ਤੇਰਾ ਜੀਵਨ ਪਵਿੱਤਰ ਹੋ ਸਕਦਾ ਹੈ। ਇਹ ਉਪਦੇਸ਼ ਮਹਾਰਾਜ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬਖਸ਼ਿਆ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਆਖਿਆ ਪਰਮੇਸ਼ਰ ਦਾ ਸਿਮਰਨ ਹਰ ਦਿਨ ਕਰਨਾ ਹੈ, ਰੋਜ਼ ਕਰਨਾ ਹੈ। ਇਹ ਕੰਮ ਜਿਹੜਾ ਹੈ ਰੋਜ਼ਾਨਾ ਕਰਨ ਵਾਲਾ ਹੈ।
ਤੇ ਪਾਵਨ ਬਚਨ ਆਪਾਂ ਬਾਣੀ ਦੇ ਪੜ੍ਹਦੇ ਆ। ਮਹਾਰਾਜ ਨੇ ਇੱਥੋਂ ਤੱਕ ਆਖਿਆ, ਜਿੰਨੀ ਦੇਰ ਤੇਰੇ ਸਵਾਸ ਚੱਲਦੇ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਛੱਡਣਾ। ਜਿੰਨੀ ਦੇਰ ਤੇਰੇ ਸਾਹ ਚੱਲ ਰਹੇ ਨੇ ਓਨੀ ਦੇਰ ਤੂੰ ਬੰਦਗੀ ਵਿੱਚ ਜੁੜਿਆ ਰਹਿਣਾ ਹੈ, ਸਿਮਰਨ ਦੇ ਵਿੱਚ ਜੁੜਿਆ ਰਹਿਣਾ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਹੇ ਭਾਈ, ਜਦੋਂ ਤੂੰ ਹਰ ਰੋਜ਼ ਹਰੀ ਦੇ ਸਿਮਰਨ ਵਿੱਚ ਜੁੜੇਗਾ, ਕੋਟ ਜਨਮ ਕੀ ਮਲ ਲਹਿ ਜਾਈ, ਤੇਰੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਤੇ ਲੱਗੀ ਹੋਈ ਮੈਲ ਜਿਹੜੀ ਹੈ ਉਤਰ ਜਾਏਗੀ। ਪ੍ਰਭ ਕੇ ਚਰਨ ਮਨ ਵਾਹੇ ਧਿਆਨ, ਸਗਲ ਤੀਰਥ ਮੱਜਣ ਇਸ਼ਨਾਨ। ਸਭ ਤੋਂ ਵੱਡਾ ਤੀਰਥ ਇਸ਼ਨਾਨ ਕੀ ਤੇਰੇ ਵਾਸਤੇ? ਹਰ ਸਮੇਂ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਰੱਖਣਾ, ਇਹੀ ਤੇਰੇ ਵਾਸਤੇ ਸਭ ਤੋਂ ਵੱਡਾ ਤੀਰਥ ਹੈ। ਤੇ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਜਪ ਬਾਣੀ ਦੇ ਅੰਦਰ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਣ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਸੁਣਿਆ ਮੰਨਿਆ ਮਨ ਵਿੱਚ ਵਸਾ ਲਿਆ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨਾਂ ਦੇ ਹਿਰਦੇ ਅੰਦਰ ਹੀ ਤੀਰਥ ਬਣ ਜਾਂਦਾ ਹੈ, ਜਿੱਥੇ ਉਹਨਾਂ ਦੀ ਸਾਰੀ ਮੈਲ ਲਹਿ ਜਾਂਦੀ ਹੈ, ਜਿੱਥੇ ਮਲ ਮਲ ਕੇ ਨਹਾਉਂਦੇ ਨੇ। ਪ੍ਰਭੂ ਦੇ ਚਰਨਾਂ ਨਾਲ ਸੁਰਤ ਜੋੜੀਏ ਤੇ ਸਮਝੋ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਹੋ ਗਿਆ ਸਾਡਾ। ਸਗਲ ਤੀਰਥ ਮੱਜਨ ਇਸ਼ਨਾਨ। ਇਸ ਕਰਕੇ ਹਰ ਦਿਨ ਹਰ ਸਿਮਰਨ ਮੇਰੇ ਭਾਈ, ਸਦਾ ਹੀ ਉਸ ਪਰਮੇਸ਼ਰ ਨੂੰ ਸਿਮਰਦੇ ਰਹੋ, ਸਦਾ ਉਹਦੀ ਯਾਦ ਵਿੱਚ ਜੁੜੇ ਰਹੋ। ਹਰ ਕੀ ਕਥਾ ਰਿਦ ਮਾਹੇ ਬਸਾਈ। ਹਰੀ ਦੀ ਕਥਾ, ਹੁਣ ਕਥਾ ਦਾ ਭਾਵ ਹੈ ਸਿਫਤੋ ਸਲਾਹ ਕਰਨੀ। ਕਹਿੰਦੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਵਸੀ ਹੋਵੇ, ਤੇਰੇ ਅੰਦਰ ਪਰਮੇਸ਼ਰ ਦੀ ਯਾਦ ਸਦਾ ਬਣੀ ਰਹੇ। ਉਹ ਖਸਮ ਪ੍ਰਭੂ ਤੈਨੂੰ ਕਦੇ ਵੀ ਨਾ ਵਿਸਰੇ। ਤੇ ਜਿੰਨਾ ਵਡਭਾਗੇ ਮਨੁੱਖਾਂ ਦੇ ਅੰਦਰ ਉਹ ਖਸਮ ਪ੍ਰਭੂ ਸਦਾ ਵਸਿਆ ਰਹਿੰਦਾ ਏ, ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਉਹਦੀ ਕਥਾ ਨੂੰ ਉਹਦੇ ਜਸ ਨੂੰ ਹਿਰਦੇ ਵਿੱਚ ਵਸਾਉਂਦੇ ਨੇ। ਮਹਾਰਾਜ ਕਹਿਣ ਲੱਗੇ, ਮਨ ਬਾਂਛਤ ਸਗਲੇ ਫਲ ਪਾਈ। ਹੇ ਭਾਈ, ਤੈਨੂੰ ਮਨ ਚਾਹੇ ਸਾਰੇ ਹੀ ਫਲ ਜਿਹੜੇ ਨੇ ਉਹ ਪ੍ਰਾਪਤ ਹੋਣਗੇ। ਇਹ ਬਖਸ਼ਿਸ਼ ਤੇਰੇ ਤੇ ਹੋ ਜਾਏਗੀ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਕਹਿੰਦੇ ਸਾਰੇ ਪਦਾਰਥ ਤੇਰੇ ਪਿੱਛੇ ਪਿੱਛੇ ਹੋਣਗੇ ਜੋ ਹਰ ਹਿਰਦਾ ਸਦਾ ਵਸਾਏ। ਜਿਹੜਾ ਹਰੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਲੈਂਦਾ ਏ, ਸਾਰੇ ਪਦਾਰਥ ਸਾਰੇ ਸੁੱਖ ਉਹਨੂੰ ਮਿਲ ਜਾਂਦੇ ਨੇ। ਉਹਦਾ ਸੰਸਾਰ ਤੇ ਆਉਣਾ ਵੀ ਸਫਲਾ ਹੋ ਜਾਂਦਾ ਹੈ। ਸੰਸਾਰ ਤੇ ਬਹੁਤ ਲੋਕ ਆਉਂਦੇ ਨੇ, ਪਰ ਮਹਾਰਾਜ ਨੇ ਆਖਿਆ ਸਾਰਿਆਂ ਦਾ ਸੰਸਾਰ ਤੇ ਆਇਆ ਸਫਲਾ ਨਹੀਂ। ਸਾਰਿਆਂ ਦਾ ਆਉਣਾ ਪ੍ਰਮਾਣ ਨਹੀਂ ਹੁੰਦਾ, ਕਿਉਂਕਿ ਮਨੁੱਖ ਕਰਮ ਐਸੇ ਕਰਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਕਈ ਵਾਰ ਮਨੁੱਖ ਮੰਦੇ ਕਰਮਾਂ ਵਿੱਚ ਲੱਗ ਜਾਂਦਾ ਏ, ਮਾੜੀ ਸੰਗਤ ਦਾ ਸ਼ਿਕਾਰ ਹੋ ਕੇ। ਐਸੇ ਮੰਦ ਕਰਮੀ ਮਨੁੱਖ ਨੂੰ ਘਰ ਵਾਲੇ ਵੀ ਪ੍ਰਵਾਨ ਨਹੀਂ ਕਰਦੇ। ਕਹਿੰਦੇ ਅਸੀਂ ਤੈਨੂੰ ਘਰੋਂ ਕੱਢ ਦੇਣਾ ਜੇ ਤੂੰ ਆਹ ਮਾੜੇ ਕੰਮ ਨਾ ਛੱਡੇ। ਮੰਦੇ ਕਰਮਾਂ ਵਿੱਚ ਲੱਗੇ ਹੋਏ ਮਨੁੱਖ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ, ਸੰਸਾਰ ਪ੍ਰਵਾਨ ਨਹੀਂ ਕਰਦਾ। ਤੇ ਸੱਚ ਜਾਣਿਓ, ਜਿਹਨੂੰ ਘਰ ਵਾਲਿਆਂ ਨੇ, ਸਮਾਜ ਨੇ, ਸੰਸਾਰ ਨੇ ਪ੍ਰਵਾਨ ਨਾ ਕੀਤਾ, ਉਹਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਕਿਵੇਂ ਥਾਂ ਮਿਲੇਗੀ। ਇਸ ਕਰਕੇ ਮਹਾਰਾਜ ਨੇ ਆਖਿਆ ਸੰਸਾਰ ਤੇ ਆਇਆ ਉਹਨਾਂ ਦਾ ਸਫਲਾ ਹੈ ਜਿਹੜੇ ਪ੍ਰਭੂ ਦੀ ਰਜ਼ਾ ਵਿੱਚ ਚੱਲਣ ਵਾਲੇ, ਉਹਦੇ ਭਾਣੇ ਵਿੱਚ ਰਹਿਣ ਵਾਲੇ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਨੇ।
ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਖਸਮ ਵਸਿਆ ਹੋਇਆ ਹੈ, ਜਿਨ੍ਹਾਂ ਨੂੰ ਕਦੇ ਵਿਸਰਦਾ ਨਹੀਂ। ਜੀਵਨ ਮਰਨ ਜਨਮ ਪ੍ਰਵਾਣ, ਉਹਨਾਂ ਦਾ ਸਮੁੱਚਾ ਜੀਵਨ, ਉਹਨਾਂ ਦਾ ਜਿਉਣਾ ਵੀ ਪ੍ਰਵਾਨ ਹੈ, ਉਹਨਾਂ ਦਾ ਮਰਨਾ ਵੀ ਪ੍ਰਵਾਨ ਹੈ। ਹੁਣ ਸਾਧ ਸੰਗਤ ਜਿਨ੍ਹਾਂ ਨੇ ਧਰਮ ਵਾਸਤੇ, ਕੌਮ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਮਰਨਾ ਵੀ ਪ੍ਰਵਾਨ ਹੈ। ਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ, ਮਰਨਾ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਵਾਣੋ। ਉਹ ਸੂਰਮੇ, ਉਹ ਯੋਧੇ ਜਿਹੜੇ ਮਨੁੱਖੀ ਹੱਕਾਂ ਦੀ ਖਾਤਰ ਜੂਝ ਕੇ ਮਰਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਉਹਨਾਂ ਦੀ ਮੌਤ ਵੀ ਪ੍ਰਵਾਨ ਹੈ। ਜਿਹੜੇ ਭਾਣੇ ਵਿੱਚ ਰਹਿ ਕੇ ਹੁਕਮ ਦੇ ਵਿੱਚ ਚੱਲਣ ਵਾਲੇ ਨੇ, ਉਹਨਾਂ ਦਾ ਸਮੁੱਚਾ ਜੀਵਨ ਵੀ ਪ੍ਰਵਾਨ ਹੈ। ਤੇ ਮਹਾਰਾਜ ਨੇ ਕਿਰਪਾ ਕੀਤੀ, ਜੀਵਨ ਮਰਨ ਜਨਮ ਪ੍ਰਵਾਨ, ਜਾ ਕੇ ਹਿਰਦੈ ਵਸੈ ਭਗਵਾਨ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਭਗਵਾਨ ਵਸਿਆ ਹੋਇਆ ਹੈ, ਉਹਨਾਂ ਦਾ ਸਮੁੱਚਾ ਜੀਵਨ ਹੀ ਪ੍ਰਵਾਨ ਹੈ। ਉਹਨਾਂ ਦਾ ਜੀਵਨ ਲੇਖੇ ਵਿੱਚ ਲੱਗ ਜਾਂਦਾ ਹੈ। ਉਹਨਾਂ ਦਾ ਜੀਵਨ ਧਨਤਾ ਦੇ ਪਾਤਰ ਹੈ, ਧਨਤਾ ਦੇ ਯੋਗ ਹੈ। ਤੇ ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਮੈਂ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਸਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ। ਹੁਣ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜਾਣ ਦਾ ਸਬਬ ਕਿਵੇਂ ਬਣਿਆ, ਥੋੜਾ ਜਿਹਾ ਇਤਿਹਾਸ ਜੇ ਆਪਾਂ ਪਿਛੋਕੜ ਬਚੀਏ। ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਬਾਬਾ ਪਿਰਥੀ ਚੰਦ ਵੱਲੋਂ ਬੜੀ ਵਿਰੋਧਤਾ ਕੀਤੀ ਗਈ। ਪਿਰਥੀ ਚੰਦ ਸਮਝਦਾ ਸੀ ਕਿ ਇਹ ਹੱਕ ਤਾਂ ਮੇਰਾ ਹੈ, ਮੈਂ ਵੱਡਾ ਪੁੱਤਰ ਹਾਂ, ਗੁਰਗੱਦੀ ਤਾਂ ਮੈਨੂੰ ਮਿਲਣੀ ਚਾਹੀਦੀ ਹੈ। ਪਰ ਜਦੋਂ ਗੁਰਗੱਦੀ ਪਿਰਥੀ ਚੰਦ ਨੂੰ ਨਾ ਮਿਲੀ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਹੋ ਗਈ, ਤਾਂ ਉਸ ਵੇਲੇ ਪਿਰਥੀ ਚੰਦ ਨੇ ਬਹੁਤ ਸਾਰੇ ਯਤਨ ਕੀਤੇ ਕਿ ਕਿਵੇਂ ਨਾ ਕਿਵੇਂ ਇਹ ਗੱਦੀ ਮੈਨੂੰ ਮਿਲ ਜਾਏ। ਸਰਕਾਰੇ ਦਰਬਾਰੇ ਜਾ ਕੇ ਵੀ ਬਹੁਤ ਯਤਨ ਕੀਤੇ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਜਦੋਂ ਕਾਮਯਾਬ ਨਾ ਹੋਇਆ, ਉਸ ਵੇਲੇ ਪਿਰਥੀ ਚੰਦ ਨੇ ਫਿਰ ਆਸ ਨਹੀਂ ਛੱਡੀ, ਅਜੇ ਵੀ ਆਸ ਲਾ ਕੇ ਬੈਠਾ ਹੋਇਆ ਏ। ਕਹਿਣ ਲੱਗਾ, ਗੁਰੂ ਅਰਜਨ ਸਾਹਿਬ ਜੀ ਦੇ ਘਰ ਅਜੇ ਤੱਕ ਕੋਈ ਸੰਤਾਨ ਨਹੀਂ ਹੋਈ, ਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ, ਮੌਤ ਤੋਂ ਬਾਅਦ ਕਹਿਣ ਲੱਗਾ, ਇਹ ਗੱਦੀ ਤੇ ਮੈਨੂੰ ਮਿਲੇਗੀ, ਇਸ ਗੱਦੀ ਤੇ ਮੇਰਾ ਪੁੱਤਰ ਮਿਹਰਬਾਨ ਬੈਠੇਗਾ। ਪਰ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਸੰਸਾਰ ਤੇ ਹੋਣਾ ਸੀ, ਪਿਰਥੀ ਚੰਦ ਨੂੰ ਇਸ ਗੱਲ ਦੀ ਖਬਰ ਮਿਲ ਗਈ ਕਿ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੰਤਾਨ ਪੈਦਾ ਹੋਣ ਵਾਲੀ ਹੈ। ਪਿਰਥੀ ਚੰਦ ਦੀਆਂ ਮਨ ਵਿੱਚ ਰਹਿ ਗਈਆਂ। ਉਹਨੂੰ ਲੱਗਾ ਕਿ ਹੁਣ ਇਹ ਗੱਦੀ ਫਿਰ ਮੇਰੇ ਹੱਥ ਨਹੀਂ ਲੱਗਣੀ, ਇਸ ਕਰਕੇ ਉਹਨੇ ਕਈ ਚਾਲਾਂ ਫਿਰ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਪਿਰਥੀ ਚੰਦ ਦੀ ਵਿਰੋਧਤਾ ਵੇਖ ਕੇ ਮਹਾਰਾਜ ਨੇ ਫੈਸਲਾ ਕੀਤਾ ਕਿ ਕੁਝ ਸਮੇਂ ਲਈ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਅੰਮ੍ਰਿਤਸਰ ਦੇ ਨੇੜੇ ਹੀ ਇੱਕ ਨਗਰ ਹੈ ਵਡਾਲੀ, ਉਸ ਵਡਾਲੀ ਵਿੱਚ ਜਾ ਕੇ ਮਹਾਰਾਜ ਨੇ ਪਰਿਵਾਰ ਸਮੇਤ ਰਹਿਣ ਦਾ ਫੈਸਲਾ ਕਰ ਲਿਆ। ਹੁਣ ਨਗਰ ਵਡਾਲੀ ਸੀ। ਜਿਸ ਸਮੇਂ ਗੁਰੂ ਸਾਹਿਬ ਦੇ ਚਰਨ ਪਏ ਤਾਂ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਣ ਲੱਗ ਪਿਆ।
ਅੱਜ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਹੈ। ਇੱਥੇ ਜਦੋਂ ਮਹਾਰਾਜ ਪਰਿਵਾਰ ਸਮੇਤ ਆ ਗਏ, ਸਨ 1595 ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ। ਬਹੁਤ ਖੁਸ਼ੀਆਂ ਨੇ ਸੰਗਤਾਂ ਦੇ ਅੰਦਰ। ਤੇ ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਹਾਰਾਜ ਨੇ ਆਖਿਆ ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਕਹਿੰਦੇ ਗੁਰੂ ਨਾਨਕ ਨੇ ਤਰੁੱਠ ਕੇ ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਦੇ ਸ਼ੁਕਰ ਵਿੱਚ ਜੁੜੇ ਸਾਰੀ ਸਿੱਖ ਸੰਗਤ ਬੜੀ ਪ੍ਰਸੰਨ ਤੇ ਖੁਸ਼ ਹੈ। ਮਹਾਰਾਜ ਨੂੰ ਆ ਕੇ ਵਧਾਈਆਂ ਦਿੰਦੇ ਨੇ। ਪ੍ਰਸਾਦ ਸੰਗਤ ਦੂਜੇ ਬੰਨੇ ਪ੍ਰਿਥੀ ਚੰਦ ਜਦੋਂ ਇਹ ਗੱਲ ਸੁਣੀ ਕਿ ਗੁਰੂ ਅਰਜਨ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਉਹਨੂੰ ਇਹ ਖਬਰ ਸੁਣ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਾ। ਈਰਖਾ ਹੋਰ ਵੱਧ ਗਈ, ਨਫ਼ਰਤ ਹੋਰ ਵੱਧ ਗਈ। ਤੇ ਮਨ ਹੀ ਮਨ ਸੋਚਣ ਲੱਗਾ, ਕਹਿੰਦਾ ਫਿਰ ਕੀ ਹੋਇਆ ਜੇ ਸਾਹਿਬਜ਼ਾਦੇ ਦਾ ਜਨਮ ਹੋ ਗਿਆ ਹੈ, ਪਰ ਮੈਂ ਉਹਨੂੰ ਜਿਉਂਦਾ ਨਹੀਂ ਰਹਿਣ ਦੇਣਾ। ਵੇਖੋ ਪ੍ਰਿਥੀ ਚੰਦ ਜਿਹੜਾ ਸੀ ਨਾ, ਇੰਨਾ ਕਪਟ ਉਹਦੇ ਅੰਦਰ ਭਰਿਆ ਹੋਇਆ। ਇਸ ਕਰਕੇ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਨੇ ਮੀਣਾ ਲਿਖਿਆ। ਮੀਣਾ ਹੋਇਆ ਪ੍ਰਿਥੀਆ, ਕਰ ਕਰ ਟੇਢ ਕਬਰਲ ਚਲਾਏ। ਕਹਿੰਦੇ ਉਹ ਬਹੁਤ ਮੰਦੇ ਕਰਮਾਂ ਵਿੱਚ ਲੱਗਾ ਹੋਇਆ ਹੈ, ਬਹੁਤ ਮਾੜੀ ਸੋਚ ਹੈ ਪ੍ਰਿਥੀ ਚੰਦ ਦੀ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪ੍ਰਿਥੀ ਚੰਦ ਨੇ ਜਾਨ ਲੇਵਾ ਹਮਲੇ ਕਰਵਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾ ਹਮਲਾ ਜਿਹੜਾ ਕਰਵਾਇਆ ਉਹਨੇ, ਉਹ ਹਮਲਾ ਇਹ ਸੀ ਕਿ ਇੱਕ ਦਾਸੀ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਆਖਿਆ, ਤੂੰ ਜਦੋਂ ਜਾ ਕੇ ਸਾਹਿਬਜ਼ਾਦੇ ਦਾ ਧਿਆਨ ਰੱਖਦੀ, ਉਹਦੀ ਪਰਵਰਿਸ਼ ਕਰਦੀ ਹੈ, ਉਹਨੂੰ ਖਿਡਾਉਣੀ ਹੈ, ਤਾਂ ਉਸ ਵੇਲੇ ਕੋਈ ਇਹੋ ਜਿਹੀ ਵਿਧ ਬਣਾ ਕਿ ਸਾਹਿਬਜ਼ਾਦਾ ਖਤਮ ਹੋ ਜਾਏ, ਮੂੰਹ ਮੰਗਿਆ ਇਨਾਮ ਮਿਲੇਗਾ। ਕਹਿੰਦੇ ਉਸ ਦਾਈ ਨੇ, ਉਸ ਦਾਸੀ ਨੇ ਆਪਣੀਆਂ ਛਾਤੀਆਂ ਤੇ ਜ਼ਹਿਰ ਲਾ ਲਿਆ। ਕਹਿਣ ਲੱਗੀ ਜਿਸ ਸਮੇਂ ਮੈਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਵਾਂਗੀ ਤੇ ਮੈਂ ਆਪਣੀਆਂ ਛਾਤੀਆਂ ਤੋਂ ਦੁੱਧ ਚੁੰਘਾਵਾਂਗੀ, ਜ਼ਹਿਰ ਵਾਲਾ ਦੁੱਧ ਪੀ ਕੇ ਬਾਲਕ ਖਤਮ ਹੋ ਜਾਏਗਾ। ਕਹਿਣ ਲੱਗੇ ਜਦੋਂ ਇਹ ਦਾਈ ਸਾਹਿਬਜ਼ਾਦੇ ਨੂੰ ਗੋਦ ਵਿੱਚ ਲੈ ਕੇ ਦੁੱਧ ਚੁੰਘਾਉਣ ਦਾ ਯਤਨ ਕੀਤਾ ਤਾਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਹੀਂ ਚੁੰਘਿਆ। ਕਹਿੰਦੇ ਜਿਹੜਾ ਜ਼ਹਿਰ ਇਹਨੇ ਛਾਤੀਆਂ ਤੇ ਲਾਇਆ ਸੀ ਉਹ ਇੰਨਾ ਤੇਜ਼ ਸੀ, ਉਹਦਾ ਅਸਰ ਇਹਦੇ ਤੇ ਹੋ ਗਿਆ। ਕਹਿੰਦੇ ਪਲਾਂ ਦੇ ਵਿੱਚ ਹੀ ਉਹ ਮਰ ਗਈ, ਪਰ ਮਰਨ ਤੋਂ ਪਹਿਲਾਂ ਗੱਲ ਦੱਸ ਗਈ ਕਿ ਮੈਂ ਇਹ ਮੰਦਾ ਕਰਮ ਕਰਨ ਵਾਸਤੇ ਆਈ ਸੀ ਪ੍ਰਿਥੀ ਚੰਦ ਦੇ ਕਹਿਣ ਤੇ, ਪਰ ਮੈਨੂੰ ਸਜ਼ਾ ਆਪੇ ਮਿਲ ਗਈ ਹੈ। ਕਹਿੰਦੇ ਦੂਜੀ ਵਾਰੀ ਫਿਰ ਯਤਨ ਕੀਤਾ, ਇੱਕ ਸਪੇਰੇ ਨੂੰ ਆਖਿਆ ਕਿ ਤੂੰ ਜਿੱਥੇ ਸਾਹਿਬਜ਼ਾਦਾ ਸਾਥੀਆਂ ਬੱਚਿਆਂ ਦੇ ਨਾਲ ਖੇਡਦਾ ਹੋਵੇ ਉਸ ਥਾਂ ਤੇ ਜਾ ਕੇ ਇੱਕ ਜ਼ਹਿਰੀਲਾ ਸੱਪ ਛੱਡ ਦਿਓ, ਉਹ ਸਾਹਿਬਜ਼ਾਦੇ ਨੂੰ ਡੰਗੇਗਾ ਤੇ ਸਾਹਿਬਜ਼ਾਦਾ ਖਤਮ ਹੋ ਜਾਏਗਾ। ਇਤਿਹਾਸਕਾਰ ਕਹਿੰਦੇ ਨੇ ਜਿਉਂ ਹੀ ਸਪੇਰੇ ਨੇ ਜਾ ਕੇ ਸੱਪ ਮਹਾਰਾਜ ਦੇ ਕੋਲ ਛੱਡਿਆ ਤੇ ਸਤਿਗੁਰੂ ਨੇ ਉਹ ਸੱਪ ਨੂੰ ਸਿਰ ਤੋਂ ਫੜ ਕੇ ਮਧੋਲ ਦਿੱਤਾ ਤੇ ਦੂਰ ਚਲਾ ਕੇ ਸੁੱਟ ਦਿੱਤਾ, ਭਾਵ ਸੱਪ ਨੂੰ ਮਾਰ ਦਿੱਤਾ। ਜਦੋਂ ਸਪੇਰਾ ਉੱਥੋਂ ਭੱਜਣ ਲੱਗਾ ਤੇ ਲੋਕਾਂ ਨੇ ਫੜ ਲਿਆ ਉਸ ਸਪੇਰੇ ਨੂੰ, ਉਹਦਾ ਵੀ ਸੱਚ ਜਿਹੜਾ ਸੀ ਦੁਨੀਆ ਦੇ ਸਾਹਮਣੇ ਆਇਆ। ਤੀਜਾ ਹਮਲਾ ਫਿਰ ਪ੍ਰਿਥੀ ਚੰਦ ਨੇ ਕਰਾਇਆ। ਇੱਕ ਖਿਡਾਵੇ ਨੂੰ ਕੁਝ ਮਾਇਆ ਦਾ ਲਾਲਚ ਦੇ ਕੇ ਆਖਿਆ ਸਾਹਿਬਜ਼ਾਦੇ ਨੂੰ ਖਤਮ ਕਰ ਦਿਓ। ਉਹ ਖਿਡਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਵੀ ਕਾਮਯਾਬ ਨਾ ਹੋ ਸਕਿਆ। ਉਹਦਾ ਵੀ ਜਦੋਂ ਸੱਚ ਦੁਨੀਆ ਦੇ ਸਾਹਮਣੇ ਆਇਆ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋ ਕੇ ਉਹਦੀ ਮੌਤ ਹੋ ਗਈ। ਹੁਣ ਪ੍ਰਿਥੀ ਚੰਦ ਦੀਆਂ ਕੋਝੀਆਂ ਚਾਲਾਂ ਜਦੋਂ ਸਾਹਮਣੇ ਆਈਆਂ
ਤੇ ਗੁਰੂ ਪਾਤਸ਼ਾਹ ਨੇ ਪਰਿਵਾਰ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦਾ ਹੁਕਮ ਦਿੱਤਾ। ਆਖਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੀ ਹੋ ਗਈ, ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਜਿਸ ਵੇਲੇ ਸਤਿਗੁਰੂ ਸ਼ਹੀਦੀ ਦੇਣ ਵਾਸਤੇ ਲਾਹੌਰ ਦੀ ਧਰਤੀ ਤੇ ਗਏ, ਸਮੇਂ ਦੇ ਹਾਕਮਾਂ ਨੇ ਯਤਨ ਕੀਤਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਨੂੰ ਸ਼ਹੀਦ ਕਰ ਦਈਏ, ਗੁਰੂ ਨਾਨਕ ਦੇ ਘਰੋਂ ਸੱਚ ਦੀ ਆਵਾਜ਼ ਉੱਠਣੀ ਸਦਾ ਲਈ ਖਤਮ ਹੋ ਜਾਏਗੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਮੇਂ ਦੇ ਹਾਕਮਾਂ ਨੂੰ, ਜਿਹੜੇ ਗੁਰੂ ਨਾਨਕ ਦੇ ਘਰੋਂ ਸੱਚ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਕੁਝ ਬਚਨ ਆਖੇ। ਕਿਸੇ ਕਵੀ ਨੇ ਬੜੇ ਭਾਵਪੂਰਤ ਬਚਨ ਲਿਖੇ ਨੇ। ਹਜੂਰ ਨੇ ਆਖਿਆ, ਮੇਰੀ ਸਦਾ ਕੋ ਦਬਾਣਾ ਤਾਂ ਮੁਮਕਿਨ ਹੈ। ਅੱਜ ਤੁਸੀਂ ਮੈਨੂੰ ਸ਼ਹੀਦ ਕਰਕੇ ਮੇਰੀ ਆਵਾਜ਼ ਖਾਮੋਸ਼ ਕਰ ਸਕਦੇ ਹੋ। ਮੇਰੀ ਸਦਾ को दबाना तो मुमकिन है, मगर बदलते वक्त की रफ्तार कौन रोकेगा। फसीलों आतशों आहन बहुत बुलंद सही, मगर हयात की ललकार कौन रोकेगा। मेरे ख्यालों के परवाज को रोकने वालों, हर गोबिंद की तलवार कौन रोकेगा। जिस वेले महाराज शहीद होने वास्ते लाहौर ਵੱਲ ਤੁਰੇ, 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੇ ਉੱਪਰ ਬਿਠਾਇਆ ਗਿਆ। ਉਸ ਵੇਲੇ ਦਾ ਜ਼ਿਕਰ ਕੀਤਾ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ, ਬਹੁ ਪਰ ਉਪਕਾਰੀ। ਮਹਾਨ ਸੂਰਮੇ ਜੋਧੇ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰਗੱਦੀ ਤੇ ਸੁਭਾਈਮਾਨ ਹੋਏ, ਇਧਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਗਈ। ਜਿਨ੍ਹਾਂ ਨੇ ਸ਼ਹੀਦ ਕੀਤਾ ਮਹਾਰਾਜ ਨੂੰ, ਉਹਨਾਂ ਨੇ ਖੁਸ਼ੀਆਂ ਮਨਾਈਆਂ ਕਿ ਅਸੀਂ ਗੁਰੂ ਨਾਨਕ ਦੇ ਘਰੋਂ ਜਿਹੜੀ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ, ਉਹਨੂੰ ਖਤਮ ਕਰ ਦਿੱਤਾ ਹੈ। ਪਰ ਉਹ ਨਹੀਂ ਸਨ ਜਾਣਦੇ ਕਿ ਇਸ ਆਵਾਜ਼ ਨੂੰ ਤੁਸੀਂ ਕਦੇ ਵੀ ਦਬਾ ਨਹੀਂ ਸਕਦੇ, ਖਤਮ ਨਹੀਂ ਕਰ ਸਕਦੇ। ਇਹ ਸੱਚ ਦੀ ਆਵਾਜ਼ ਸੱਚ ਸੁਣਾਈ ਸੀ, ਸੱਚ ਕੀ ਬੇਲਾ। ਇਹ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਲੰਦ ਹੋਏਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਵਿੱਚ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਗੱਦੀ ਤੇ ਬੈਠਣ ਤੋਂ ਉਪਰੰਤ ਥੋੜੀ ਦੇਰ ਬਾਅਦ ਹੀ ਸਿੱਖਾਂ ਨੂੰ ਹੁਕਮ ਕੀਤਾ ਕਿ ਵਧੀਆ ਸ਼ਸਤਰ, ਵਧੀਆ ਘੋੜੇ ਗੁਰੂ ਘਰ ਦੇ ਵਿੱਚ ਲੈ ਕੇ ਆਉਣੇ ਨੇ, ਭੇਟ ਕਰਨੇ ਨੇ। ਸਤਿਗੁਰੂ ਪਾਤਸ਼ਾਹ ਨੇ ਇੱਕ ਤਖਤ ਤਿਆਰ ਕਰਵਾਇਆ, ਜਿਸ ਨੂੰ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਅੱਜ ਆਪਾਂ ਜਾਣਦੇ ਹਾਂ। ਤੇ ਮੈਂ ਬੇਨਤੀ ਕਰਾਂ, ਅੱਜ 6 ਜੂਨ ਦਾ ਦਿਨ ਹੈ, ਜਿੱਥੇ ਅਸੀਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉੱਥੇ 6 ਜੂਨ 1984 ਨੂੰ ਉਸ ਤਖਤ ਤੇ ਫੌਜਾਂ ਚਾੜੀਆਂ ਗਈਆਂ, ਜਿਹੜਾ ਤਖਤ ਮੀਰੀ ਪੀਰੀ ਦੇ ਮਾਲਕ ਨੇ ਬਣਾਇਆ ਸੀ। ਤੇ ਮਹਾਰਾਜ ਤਖਤ ਦੇ ਉੱਪਰ ਬੈਠੇ ਨੇ। ਮੀਰੀ ਪੀਰੀ ਦੀਆਂ 2 ਤਲਵਾਰਾਂ ਮਹਾਰਾਜ ਨੇ ਪਹਿਨੀਆਂ, ਜਿਸ ਨੂੰ ਨੱਥਾ ਤੇ ਅਬਦੁੱਲਾ ਢਾਡੀ ਕਹਿੰਦੇ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਮਹਾਰਾਜ ਦੀ ਸਿਫਤ ਵਿੱਚ ਉਹਨਾਂ ਨੇ ਵਾਰ ਗਾਈ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਤੇ ਆਖਿਆ, ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਸ਼ੋਭਾ ਤੇ ਤੁਹਾਡੇ ਦਰਬਾਰ ਦੀ ਹੈ। ਤੁਹਾਡੇ ਦਰਬਾਰ ਦੇ ਸਾਹਮਣੇ ਜਹਾਂਗੀਰ ਦਾ ਦਰਬਾਰ ਵੀ ਫਿੱਕਾ। ਸਤਿਗੁਰੂ ਦੀ ਇੰਨੀ ਅਜ਼ਮਤ ਵੇਖ ਕੇ ਸਮੇਂ ਦੇ ਹਾਕਮਾਂ ਕੋਲੋਂ ਜਰਿਆ ਨਹੀਂ ਗਿਆ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰੋਂ ਉੱਠਣ ਵਾਲੀ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਸੀ। ਗੁਰਦੇਵ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨ ਕੇ 4 ਜੰਗਾਂ ਲੜ ਕੇ ਉਹਨਾਂ ਲੋਕਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ। ਤੇ ਸਾਧ ਸੰਗਤ, 6 ਜੂਨ 1984 ਦੀ ਜੇਕਰ ਗੱਲ ਕਰੀਏ,
ਇਹ ਬਹੁਤ ਵੱਡਾ ਘੱਲੂਘਾਰਾ ਦੁਖਾਂਤ ਕੌਮ ਦੇ ਉੱਪਰ ਵਾਪਰਿਆ। ਪਰ ਇਸ ਤੋਂ ਪਹਿਲਾਂ ਵੀ ਇਸ ਪਾਵਨ ਸਥਾਨ ਦੇ ਉੱਪਰ ਹਮਲੇ ਕੀਤੇ ਗਏ। ਕਿਤੇ ਇਸ ਪਾਵਨ ਸਥਾਨ ਦੇ ਉੱਪਰ ਅਬਦਾਲੀ ਹਮਲਾ ਕਰਦਾ ਹੈ, ਉਹਦਾ ਵੀ ਹਸ਼ਰ ਬਹੁਤ ਮਾੜਾ ਹੋਇਆ। ਕਿਤੇ ਇਸ ਸਥਾਨ ਦੀ ਪਵਿੱਤਰ ਮਰਿਆਦਾ ਨੂੰ ਭੰਗ ਕਰਨ ਵਾਸਤੇ ਮੱਸਾ ਰੰਗੜ ਆ ਕੇ ਬਹਿੰਦਾ ਹੈ। ਸ਼ਰਾਬ ਦੇ ਦੌਰ ਚੱਲਦੇ ਨੇ, ਪਰ ਉਹਦਾ ਵੀ ਹਸ਼ਰ ਜਿਹੜਾ ਸੀ ਬੜਾ ਮਾੜਾ ਹੋਇਆ। ਇਸ ਪਾਵਨ ਸਥਾਨ ਦੇ ਉੱਪਰ ਜਿਹਨੇ ਵੀ ਆ ਕੇ ਹਮਲੇ ਕਰਨ ਦਾ ਯਤਨ ਕੀਤਾ, ਉਹਦਾ ਅੰਤ ਬਹੁਤ ਮਾੜਾ ਹੋਇਆ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਇਤਿਹਾਸ ਕਹਿ ਰਿਹਾ ਇਹਨਾਂ ਕਹਾਣੀਆਂ ਨੂੰ, ਨਵੀਆਂ ਦੇ ਨਾਲ ਮੇਲੋ ਬਾਤਾਂ ਪੁਰਾਣੀਆਂ ਨੂੰ। ਆਪਾਂ ਤਾਂ ਜੰਮਦਿਆਂ ਹੀ ਮਰਨੇ ਦੀ ਜਾਚ ਸਿੱਖੀ, ਅਗਨੀ ਦੇ ਸਾਗਰਾਂ ਨੂੰ ਤਰਨੇ ਦੀ ਜਾਚ ਸਿੱਖੀ। ਖੋਪਰ ਲੋਹਾਲੇ ਐ ਪਰ ਸਿੱਖੀ ਨਾ ਲੈਣ ਦਿੱਤੀ, ਇਸ ਦੇ ਸਰੂਪ ਤੇ ਰੰਬੀ ਨਾ ਖਹਿਣ ਦਿੱਤੀ। ਸਿੱਖੀ ਦੇ ਵੈਰੀ ਸਾਨੂੰ ਇਦਾਂ ਹੀ ਨੋਚਦੇ ਰਹੇ, ਢਾਉਣਾ ਹਰੀ ਦਾ ਮੰਦਰ ਸਾਰੇ ਸੋਚਦੇ ਰਹੇ। ਸੋ ਇਹ ਕੇਂਦਰ ਹੈ ਸਿੱਖ ਕੌਮ ਦਾ, ਜਿੱਥੋਂ ਸਮੇਂ-ਸਮੇਂ ਤੇ ਕੌਮ ਨੂੰ ਅਗਵਾਈ ਮਿਲਦੀ ਰਹੀ। ਤੋ ਸਾਰਿਆਂ ਦੇ ਮਨ ਵਿੱਚ ਵਿਚਾਰ ਸੀ। ਅਬਦਾਲੀ ਨੇ ਵੀ ਸੋਚਿਆ ਕਿ ਜੇ ਸਿੱਖਾਂ ਨੂੰ ਖਤਮ ਕਰਨਾ ਹੈ ਤਾਂ ਇਸ ਪਾਵਨ ਮੁਕੱਦਸ ਸਥਾਨ ਨੂੰ ਖਤਮ ਕੀਤਾ ਜਾਏ। ਪਰ ਸਿੱਖ ਕੌਮ ਨੇ ਆਪਣੀਆਂ ਕੁਰਬਾਨੀਆਂ ਦੇ ਕੇ, ਸ਼ਹਾਦਤਾਂ ਦੇ ਕੇ ਇਸ ਪਾਵਨ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਹੈ। ਜ਼ਾਲਮ ਤਾਂ ਜ਼ਾਲਮਾਂ ਦੀ ਕਰਦੇ ਹੋਏ ਰੀਸ ਆਏ, ਆਪਾਂ ਵੀ ਇਸ ਦਰ ਤੇ ਧਰਦੇ ਹੋਏ ਸੀਸ ਆਏ। ਕਈਆਂ ਨੂੰ ਰੜਕਿਆ ਭਗਤੀਆਂ ਦਾ ਸੋਮਾ, ਢਾਉਣਾ ਕਈਆਂ ਨੇ ਚਾਹਿਆ ਸ਼ਕਤੀਆਂ ਦਾ ਸੋਮਾ। ਜਿਸ ਨੇ ਵੀ ਢਾਇਆ ਤਖਤ ਅਕਾਲ ਦਾ ਏ, ਇਹੋ ਜਿਹਾ ਨੂੰ ਦੱਸੋ ਫਿਰ ਕਿਹੜਾ ਸੰਭਾਲਦਾ ਏ। ਜਿਨ੍ਹਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਉਹਦਾ ਹਸ਼ਰ ਬੜਾ ਮਾੜਾ ਹੋਇਆ ਦੁਨੀਆ ਦੇ ਅੰਦਰ। ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਪਰ ਮੈਂ ਬੇਨਤੀ ਕਰਾਂ, ਇਹ ਘੱਲੂਘਾਰੇ ਕੌਮ ਤੇ ਵਾਪਰਦੇ ਰਹੇ ਨੇ, ਵਾਪਰਦੇ ਰਹਿਣੇ ਨੇ। ਜੇਕਰ ਘੱਲੂਘਾਰਿਆਂ ਦੀ ਗੱਲ ਕਰੀਏ ਤੇ ਕਾਹਨੂੰਵਾਨ ਦੇ ਸ਼ੰਭ ਦੇ ਵਿੱਚ ਵੀ ਘੱਲੂਘਾਰਾ ਵਾਪਰਿਆ। ਸਨ 1746 ਦੇ ਅੰਦਰ, ਜਿੱਥੇ ਕਿ ਦਿਨ 10 ਤੋਂ 15 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਖਤਮ ਕੀਤਾ ਗਿਆ। ਸਨ 1762 ਦੇ ਵਿੱਚ ਵੀ ਘੱਲੂਘਾਰਾ ਵਾਪਰਦਾ ਕੋਪਰ ਹੀੜੇ ਦੇ ਸਥਾਨ ਤੇ, ਜਿੱਥੇ 30 ਤੋਂ 35 ਹਜ਼ਾਰ ਸਿੱਖਾਂ ਨੂੰ ਇੱਕੇ ਦਿਨ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜੂਨ 1984 ਵਿੱਚ ਵੀ ਘੱਲੂਘਾਰਾ ਵਾਪਰਿਆ, ਜਿੱਥੇ ਸੈਂਕੜੇ ਹਜ਼ਾਰਾਂ ਬੇਗੁਨਾਹ ਨਿਰਦੋਸ਼ ਸਿੱਖਾਂ ਦਾ, ਬੱਚਿਆਂ ਦਾ, ਭਚੰਗੀਆਂ ਦਾ, ਬੀਬੀਆਂ ਦਾ ਕਤਲ ਕੀਤਾ ਗਿਆ। ਪਰ ਮੈਂ ਬੇਨਤੀ ਕਰਾਂ, ਇਹ ਘੱਲੂਘਾਰੇ ਵਾਪਰਦੇ ਰਹਿਣੇ ਨੇ। ਇਸ ਵਾਸਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਘੱਲੂਘਾਰੇ ਕੌਮ ਤੇ ਅੱਜ ਵੀ ਵਾਪਰ ਰਹੇ ਨੇ, ਸਾਨੂੰ ਸਮਝਣ ਦੀ ਲੋੜ ਹੈ। ਸਾਧ ਸੰਗਤ ਧਿਆਨ ਦੇਣਾ, ਘੱਲੂਘਾਰੇ ਕਦੇ ਵੀ ਕੌਮ ਨੂੰ ਖਤਮ ਨਹੀਂ ਕਰ ਸਕਦੇ, ਪਰ ਜੇ ਅਸੀਂ ਘੱਲੂਘਾਰਿਆਂ ਨੂੰ ਵਿਸਾਰ ਦਈਏ, ਭੁਲਾ ਦਈਏ, ਤਾਂ ਅਸੀਂ ਖਤਮ ਹੋਵਾਂਗੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਉਹ ਕੌਮਾਂ ਖਤਮ ਹੋ ਜਾਂਦੀਆਂ ਨੇ। ਆਪਣਾ ਇਤਿਹਾਸ ਸਾਨੂੰ ਪੜ੍ਹਨਾ ਪਵੇਗਾ ਕਿ ਸਾਡੇ ਦੁਸ਼ਮਣ ਕੌਣ ਨੇ, ਸਾਡੇ ਮਿੱਤਰ ਕੌਣ ਨੇ। ਇਸ ਗੱਲ ਦੀ ਸਾਨੂੰ ਪਹਿਚਾਣ ਕਰਨੀ ਪਵੇਗੀ। ਕੌਮ ਤੇ ਵਾਰ-ਵਾਰ ਘੱਲੂਘਾਰੇ ਹੋਏ, ਪਰ ਕੌਮ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੀ। ਪਰ ਅੱਜ ਵੀ ਘੱਲੂਘਾਰੇ ਵਾਪਰ ਰਹੇ, ਉਹਨਾਂ ਦਾ ਰੂਪ ਜਿਹੜਾ ਬਦਲ ਗਿਆ। ਅੱਜ ਨਸ਼ਿਆਂ ਦਾ ਘੱਲੂਘਾਰਾ ਚੱਲ ਰਿਹਾ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਈ ਬਣਾ ਕੇ, ਪਤਿਤ ਬਣਾ ਕੇ ਗੁਰੂ ਤੋਂ ਬੇਮੁਖ ਕੀਤਾ ਜਾ ਰਿਹਾ ਹੈ। ਅੱਜ ਇਹ ਘੱਲੂਘਾਰਾ, ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅੱਜ ਡੇਰੇਦਾਰੀ ਦਾ ਘੱਲੂਘਾਰਾ ਚੱਲ ਰਿਹਾ ਹੈ। ਥਾਂ ਥਾਂ ਤੇ ਡੇਰੇ ਬਣਾ ਦਿੱਤੇ, ਸਿੱਖਾਂ ਦੇ ਵਿੱਚ ਧੜੇ ਬੰਦੀਆਂ ਪੈਦਾ ਕਰ ਦਿੱਤੀਆਂ। ਕਿੰਨੀਆਂ ਜਥੇਬੰਦੀਆਂ ਸਿੱਖਾਂ ਦੀਆਂ ਬਣ ਗਈਆਂ, ਤੇ ਇੱਕ ਦੇ ਖਿਆਲ ਦੂਜੇ ਨਾਲ ਨਹੀਂ ਮਿਲਦੇ, ਦੂਜੇ ਦੇ ਖਿਆਲ ਤੀਜੇ ਨਾਲ ਨਹੀਂ ਮਿਲਦੇ। ਕੌਮ ਦੇ ਵਿੱਚ ਫੁੱਟ ਪੈਦਾ ਕਰ ਦਿੱਤੀ। ਇਹ ਘੱਲੂਘਾਰੇ ਅੱਜ ਵਾਪਰ ਰਹੇ ਨੇ। ਤੇ ਬਾਬਾ ਕਬੀਰ ਸਾਹਿਬ ਦਾ ਕਥਨ ਹੈ, ਕਹਿਣ ਲੱਗੇ, ਕਬੀਰ ਥੋਰੇ ਜਲ ਮਾਸ਼ੁਲੀ, ਝੀਵਰ ਮੇਲਿਓ ਜਾਲ।
ਕਹਿੰਦੇ ਪਾਣੀ ਥੋੜਾ ਜਿਹਾ ਹੋਵੇ ਨਾ ਤੇ ਥੋੜੇ ਪਾਣੀ ਦੇ ਵਿੱਚ ਮੱਛੀਆਂ ਫੜਨੀਆਂ ਬੜੀਆਂ ਆਸਾਨ ਰਹਿੰਦੀਆਂ ਨੇ। ਮਛੇਰਾ ਇੱਕ ਪਲ ਦੇ ਵਿੱਚ ਹੀ ਜਾਲ ਸੁੱਟ ਕੇ ਫੜ ਲੈਂਦਾ ਹੈ। ਤੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਇਹ ਟੋਗਣੇ ਨਾ ਛੂਟ ਸੈਂ ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਛੋਟੇ ਛੋਟੇ ਛੱਪੜਾਂ ਵਿੱਚ ਮੱਛੀ ਤੇਰਾ ਬਚਾਅ ਨਹੀਂ ਹੋ ਸਕਦਾ। ਜੇ ਤੂੰ ਆਪਣਾ ਭਲਾ ਚਾਹੁੰਦੀ ਹੈ ਤੂੰ 100 ਸਾਗਰ ਸਮੁੰਦਰ ਦੇ ਵਿੱਚ ਚਲੀ ਜਾ, ਉੱਥੇ ਪਹੁੰਚ ਜਾ। ਉੱਥੇ ਇਹ ਝੀਵਰ ਆਪਣਾ ਜਾਲ ਸੁੱਟ ਕੇ ਤੈਨੂੰ ਛੇਤੀ ਫੜ ਨਹੀਂ ਪਾਏਗਾ। ਅੱਜ ਮੈਂ ਬੇਨਤੀ ਕਰਾਂ, ਅੱਜ ਅਸੀਂ ਛੋਟੀਆਂ ਛੋਟੀਆਂ ਧੜੇ ਬੰਦੀਆਂ ਵਿੱਚ ਜਥੇਬੰਦੀਆਂ ਵਿੱਚ ਵੰਡੇ ਗਏ, ਸਾਡੀ ਵਿਚਾਰਧਾਰਾ ਜਿਹੜੀ ਆਪਸ ਵਿੱਚ ਨਹੀਂ ਮਿਲਦੀ। ਅਸੀਂ ਘੱਲੂ ਘਾਰਿਆਂ ਦੇ ਸ਼ਿਕਾਰ ਅੱਜ ਵੀ ਹੋ ਰਹੇ ਹਾਂ, ਅੱਜ ਵੀ ਹੋ ਰਹੇ ਹਾਂ। ਜਿਸਮਾਨੀ ਤੌਰ ਤੇ ਸਾਨੂੰ ਘੱਲੂ ਘਾਰਿਆਂ ਦੇ ਸ਼ਿਕਾਰ ਪਹਿਲਾਂ ਬਣਾਇਆ ਜਾਂਦਾ ਸੀ, ਅੱਜ ਮਾਨਸਿਕ ਤੌਰ ਤੇ ਸਾਡੇ ਤੇ ਘੱਲੂ ਘਾਰੇ ਹੋ ਰਹੇ ਨੇ। ਕਿਸੇ ਵੇਲੇ ਸਿੱਖ ਕੌਮ ਜਿਹੜੀ ਹੈ ਨਾ, ਉਹ ਬਾਹਰੋਂ ਆਏ ਜ਼ਾਲਮਾਂ ਦਾ ਰਾਹ ਰੋਕ ਲੈਂਦੀ ਸੀ, ਉਹਨਾਂ ਦੀ ਸੰਗੀ ਨੂੰ ਹੱਥ ਪਾਉਂਦੀ ਸੀ। ਅੱਜ ਉਸੇ ਸਿੱਖ ਕੌਮ ਦੇ ਜਵਾਨ ਉਹ ਸਾਰੇ ਟਿਕਟੌਕ ਦੇ ਸਟਾਰ ਬਣ ਕੇ ਰਹਿ ਗਏ ਨੇ, ਟਿਕਟੌਕ ਦੇ ਸਟਾਰ ਬਣ ਗਏ। ਅੱਜ ਕਿਹੜੇ ਪਾਸੇ ਸਾਨੂੰ ਤੋਰ ਦਿੱਤਾ, ਸਾਨੂੰ ਸਮਝਣ ਦੀ ਲੋੜ ਹੈ। ਤੋ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਭਲਾ ਹੋਵੇ, ਪੰਥ ਦੀ ਚੜ੍ਹਦੀ ਕਲਾ ਹੋਵੇ, ਤੇ ਛੋਟੀਆਂ ਛੋਟੀਆਂ ਜਥੇਬੰਦੀਆਂ ਧੜੇ ਬੰਦੀਆਂ ਨੂੰ ਖਤਮ ਕਰਕੇ ਫਿਰ ਕਰ ਸਮੁੰਦ ਸੰਭਾਲ, ਸਮੁੰਦਰ ਦੇ ਨਾਲ ਜੁੜੀਏ। ਉਹ ਸਮੁੰਦਰ ਕਿਹੜਾ ਹੈ? ਉਹ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਜਿਸ ਦੇ ਬਾਰੇ ਆਪਾਂ ਪਾਵਨ ਬਚਨ ਪੜ੍ਹਦੇ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ। ਅੱਜ ਗੁਰੂ ਰੂਪ ਸਮੁੰਦਰ ਦੇ ਨਾਲ ਜੁੜੀਏ ਅਸੀਂ, ਤੇ ਤਾਂ ਹੀ ਅਸੀਂ ਇਹਨਾਂ ਘੱਲੂ ਘਾਰਿਆਂ ਤੋਂ ਵੀ ਬਚਾਂਗੇ। ਸਾਡੇ ਤੇ ਜਿਹੜੇ ਮਾਨਸਿਕ ਹਮਲੇ ਕੀਤੇ ਜਾ ਰਹੇ ਨੇ, ਜਿਸਮਾਨੀ ਹਮਲੇ ਹੋ ਰਹੇ ਨੇ, ਉਹਨਾਂ ਤੋਂ ਅਸੀਂ ਬਚ ਸਕਦੇ ਹਾਂ ਜੇਕਰ ਗੁਰੂ ਸਾਗਰ ਦੇ ਨਾਲ ਆ ਕੇ ਜੁੜੀਏ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪਾਵਨ ਪੁਰਬ ਆਪਾਂ ਮਨਾ ਰਹੇ ਹਾਂ। ਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਸੀ। ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ। ਅੱਜ ਵੀ ਸਾਨੂੰ ਲੋੜ ਹੈ ਭਗਤੀ ਦੇ ਨਾਲ ਸ਼ਕਤੀ, ਮੀਰੀ ਦੇ ਨਾਲ ਪੀਰੀ, ਇਸ ਸੁਮੇਲ ਨੂੰ ਸਮਝਣ ਦੀ ਲੋੜ ਹੈ। ਗੁਰਦੇਵ ਪਾਤਸ਼ਾਹ ਜੀ ਨੇ ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਰੱਖਿਆ ਤੇ ਮੀਰੀ ਦਾ ਨੀਵਾਂ। ਪਰ ਅੱਜ ਵੇਖੀਏ, ਅੱਜ ਰਾਜਨੀਤੀ ਉੱਚੀ ਹੋ ਗਈ, ਧਰਮ ਨੂੰ ਨੀਵੇਂ ਥਾਂ ਤੇ ਬਿਠਾ ਦਿੱਤਾ ਗਿਆ। ਗੁਰਦੇਵ ਨੇ ਧਰਮ ਨੂੰ ਉੱਚਾ ਰੱਖਿਆ ਸੀ, ਰਾਜਨੀਤੀ ਨੂੰ ਪੈਰਾਂ ਵਿੱਚ ਰੱਖਿਆ ਧਰਮ ਦੇ। ਅੱਜ ਦੇ ਆਗੂਆਂ ਨੇ ਇਹ ਕੰਮ ਉਲਟ ਕਰ ਦਿੱਤਾ ਹੈ, ਤੇ ਸਾਨੂੰ ਸਮਝਣ ਦੀ ਲੋੜ ਹੈ ਐਸੇ ਰਾਜਨੀਤਿਕ ਆਗੂਆਂ ਦਾ। ਸਾਨੂੰ ਬਾਈਕਾਟ ਕਰਨਾ ਪਵੇਗਾ ਜਿਨ੍ਹਾਂ ਨੇ ਸਾਨੂੰ ਗੁੰਮਰਾਹ ਕਰਕੇ ਹੁਣ ਤੱਕ ਵਰਤਿਆ ਹੈ। ਐਸੇ ਰਾਜਨੀਤਿਕ ਆਗੂਆਂ ਦੀ ਪਛਾਣ ਕਰਨੀ ਪਵੇਗੀ ਜਿਨ੍ਹਾਂ ਦੀ ਬਦੌਲਤ 84 ਵਰਗੇ ਇਹ ਘੱਲੂ ਘਾਰੇ ਵਾਪਰਦੇ ਰਹੇ। ਤੇ ਜੇ ਅਸੀਂ ਇਹ ਪਛਾਣ ਨਾ ਕਰ ਸਕੇ, ਜੇ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਨਾ ਸਮਝ ਸਕੇ, ਤਾਂ ਘੱਲੂ ਘਾਰੇ ਸਾਡੇ ਤੇ ਫਿਰ ਵਾਪਰਦੇ ਰਹਿਣਗੇ। ਸੋ 84 ਦੇ ਘੱਲੂ ਘਾਰੇ ਅੰਦਰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅੰਦਰ 500 ਤੋਂ ਵਧੇਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸਨ, ਉਹ ਖੁਰਦ-ਬੁਰਦ ਕੀਤੇ, ਅਗਨ ਭੇਟ ਕੀਤੇ ਗਏ। 100 ਸਾਲ ਦਾ ਤਕਰੀਬਨ ਜਿਹੜਾ ਰਿਕਾਰਡ ਸੀ ਸਿੱਖ ਕੌਮ ਦਾ ਇਤਿਹਾਸ ਸੀ, ਉਹਨੂੰ ਨਸ਼ਟ ਕੀਤਾ ਗਿਆ। ਹੋਰ ਬਹੁਤ ਸਾਰਾ ਸਾਡਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਹੈ 84 ਦੇ ਵਿੱਚ ਹੋਇਆ, ਉਹਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਪਰ ਜੇ ਅਸੀਂ ਸੁਚੇਤ ਨਾ ਹੋਏ ਤਾਂ ਇਹ ਹਮਲੇ ਅਜੇ ਵੀ ਬੰਦ ਨਹੀਂ ਹੋਣੇ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਸਾਹਿਬ ਨੇ ਜਿਹੜੇ ਸਿਧਾਂਤ ਬਖਸ਼ੇ ਸਨ, ਉਹਨਾਂ ਤੇ ਪਹਿਰਾ ਦੇਣ ਦੀ ਲੋੜ ਹੈ। ਸੋ ਸ਼ਬਦ ਦੇ ਆਖਰੀ ਬੰਦ ਨੂੰ ਵਿਚਾਰ ਕੇ ਆਪਾਂ ਸਮਾਪਤੀ ਕਰੀਏ। ਮਹਾਰਾਜ ਨੇ ਆਖਿਆ, ਜਿਨ੍ਹਾਂ ਦੇ ਹਿਰਦੇ ਵਿੱਚ ਭਗਵਾਨ ਵਸਿਆ ਹੋਇਆ ਹੈ, ਉਹਨਾਂ ਦਾ ਜੀਵਨ ਪ੍ਰਵਾਨ ਹੈ। ਕਉ ਨਾਨਕ ਸੇਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਉਹ ਮਨੁੱਖ ਸੰਸਾਰ ਤੇ ਉਹਨਾਂ ਦਾ ਆਉਣਾ ਸਫਲ ਹੈ।
ਉਹ ਮਨੁੱਖ ਸੰਸਾਰ ਤੇ ਆ ਕੇ ਪੂਰਨ ਮਨੁੱਖ ਬਣ ਗਏ, ਪੂਰੇ ਹੋ ਗਏ। ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਜਿਨ੍ਹਾਂ ਨੂੰ ਸਾਧੂ ਪਾਪ ਗੁਰੂ ਦੇ ਚਰਨਾਂ ਦੀ ਧੂੜੀ ਮਿਲ ਗਈ, ਜਿਹੜੇ ਪੂਰੇ ਗੁਰੂ ਦੇ ਚਰਨਾਂ ਵਿੱਚ ਆਏ ਉਹ ਪੂਰੇ ਨੇ। ਤੇ ਸਾਧ ਸੰਗਤ ਕਈ ਵਾਰ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ, ਆਪਾਂ ਕਹਿੰਦੇ ਫਲਾਣਾ ਪੂਰਾ ਹੋ ਗਿਆ। ਪੂਰਾ ਮਰਨ ਤੋਂ ਬਾਅਦ ਕਿਸੇ ਨੇ ਪੂਰਾ ਨਹੀਂ ਹੋਣਾ, ਜਿਉਂਦੇ ਜੀ ਪੂਰਾ ਹੋਈਏ, ਜਿਉਂਦੇ ਜੀ ਪੂਰੇ ਹੋਈਏ। ਉਹ ਪੂਰੇ ਕਿਵੇਂ ਹੋਵਾਂਗੇ? ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਸੀਂ ਪੂਰੇ ਇਨਸਾਨ ਬਣ ਸਕਦੇ ਹਾਂ। ਸਾਡਾ ਸੰਸਾਰ ਤੇ ਆਇਆ ਸਫਲ ਹੋ ਸਕਦਾ ਹੈ। ਇਸ ਕਰਕੇ ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲੈ ਜਾਈ। ਹਰ ਰੋਜ਼ ਹਰੀ ਦੇ ਸਿਮਰਨ ਵਿੱਚ, ਉਹਦੀ ਬੰਦਗੀ ਵਿੱਚ ਜੁੜੀਏ, ਤਾਂ ਕਿ ਸਾਡੇ ਅੰਦਰੋਂ ਵਿਕਾਰਾਂ ਦੀ ਮੈਲ ਲੈ ਜਾਏ, ਅਸੀਂ ਪਵਿੱਤਰ ਜੀਵਨ ਵਾਲੇ ਬਣ ਸਕੀਏ। ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਅਵਸਥਾ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਸਮੁੱਚੀਆਂ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ